ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਰਾਮ ਰਹੀਮ ਡੇਰਾ ਸਰਸਾ ਦਾ ਮੁਖੀ, ਸਾਧਵੀਆਂ ਦੇ ਨਾਲ ਬਲਾਤਕਾਰ ਤੇ ਕਤਲ ਦਾ ਦੋਸ਼ੀ, ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਯਾਫਤਾ ਕੈਦੀ। ਪਰ ਇੰਨੇ ਦੋਸ਼, ਇੰਨੇ ਇਲਜ਼ਾਮ ਹੋਣ ਦੇ ਬਾਵਜੂਦ ਵੀ ਰਾਮ ਰਹੀਮ ਬਾਹਰ ਘੁੰਮ ਰਿਹਾ, ਸਤਸੰਗ ਕਰ ਰਿਹਾ, ਆਪਣੇ ਸ਼ਰਧਾਲੂਆਂ ਨੂੰ ਮਿਲ ਰਿਹਾ। ਤੇ ਇਹ ਪਹਿਲੀ ਵਾਰ ਨਹੀਂ ਹੋਇਆ, 1 ਸਾਲ ਦੇ ਅੰਦਰ ਰਾਮ ਰਹੀਮ ਨੂੰ 3 ਵਾਰ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਗ੍ਰਾਫਿਕਸ ਰਾਹੀਂ ਦੱਸਾਂਗੇ ਕਿ ਕਦੋਂ ਤੇ ਕਿਵੇਂ ਰਾਮ ਰਹੀਮ ਨੂੰ ਰਾਹਤ ਦਿੱਤੀ ਗਈ। ਪਰ ਉਸ ਤੋਂ ਪਹਿਲਾਂ ਰਿਪੋਰਟ ਰਾਹੀਂ ਸਮਝਾਂਗੇ ਕਿ ਆਖਿਰ ਰਾਮ ਰਹੀਮ ਦੀ ਰਿਹਾਈ ਤੇ ਵਿਰੋਧੀਆਂ ਨੂੰ ਇਤਰਾਜ਼ ਹੈ ਕਿਉਂ, ਇਸ ਰਿਹਾਈ ਨੂੰ ਪੰਜਾਬ 'ਚ ਬੰਦੀ ਸਿੰਘਾਂ ਦੇ ਨਾਲ ਕਿਉਂ ਜੋੜਿਆ ਗਿਆ ਤੇ ਰਾਮ ਰਹੀਮ ਖਿਲਾਫ ਬੋਲਣ ਵਾਲਿਆਂ ਨੂੰ ਵੀ ਕਿਵੇਂ ਗੋਲੀ ਮਾਰਨ ਤੱਕ ਦੀਆਂ ਧਮਕੀਆਂ ਮਿਲ ਰਹੀਆਂ ਨੇ। ਤਾਂ ਹਰਿਆਣਾ ਪੰਚਾਇਤ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਮੁੜ ਪੈਰੋਲ ਦਿੱਤੀ ਗਈ। 14 ਅਕਤੂਬਰ ਨੂੰ ਪੈਰੋਲ ਤੇ ਫੈਸਲਾ ਆਇਆ ਤੇ 1 ਦਿਨ ਬਾਅਦ ਰਾਮ ਰਹੀਮ ਜੇਲ੍ਹ ਤੋਂ ਬਾਹਰ ਨਿਕਲ ਆਇਆ। ਪਰ ਰਾਮ ਰਹੀਮ ਦੀ ਪੈਰੋਲ ਵਿਰੋਧੀਆਂ ਨੂੰ ਬੇਚੈਨ ਕਰ ਗਈ। हरियाणा की सुनारिया जेल 2017 तो राम रहीम का पक्का ठिकाना रही, पर पिछले 1 साल तो जेल ਦੀਆਂ ਕੰਧਾਂ राम रहीम ਨੂੰ ਢੱਕਣ ਵਿੱਚ ਨਾਕਾਮ ਰਹੀਆਂ ਨੇ। राम रहीम ਨੂੰ 14 ਅਕਤੂਬਰ 2022 ਨੂੰ ਤੀਜੀ ਵਾਰ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਡੇਰਾ ਮੁਖੀ ਨੂੰ ਪੈਰੋਲ ਮਿਲੀ ਤਾਂ ਵਿਵਾਦ ਦੀ ਅਗ ਧੂਣੇ ਦੀ ਲੱਕੜ ਵਾਂਗ ਮੁੜ ਧੁੱਕਣ ਲੱਗ ਪਈ। ਪਹਿਲਾਂ ਚਿੰਗਾੜੀ ਬਣੀ ਤੇ ਫਿਰ ਪਾਂਬੜ। ਪਰ ਇਸ ਸਭ ਦੇ ਵਿਚਾਲੇ ਰਾਮ ਰਹੀਮ 15 ਅਕਤੂਬਰ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ, ਸਖਤ ਸੁਰੱਖਿਆ ਪ੍ਰਬੰਧਾਂ ਤੇ ਪੂਰੀ ਠਾਠ-ਬਾਠ ਦੇ ਨਾਲ, ਜਿਵੇਂ ਕੋਈ ਨੇਤਾ ਕਿਸੇ ਰੈਲੀ ਤੇ ਚੱਲਿਆ ਹੋਵੇ। ਰਾਮ ਰਹੀਮ ਨੂੰ ਹਰਿਆਣਾ ਦੀ ਅਦਾਲਤ ਨੇ 40 ਦਿਨਾਂ ਲਈ ਪੈਰੋਲ ਦਿੱਤੀ। उनको 40 दिन की पैरोल पर उत्तर प्रदेश के बागपत भेजा गया है, क्योंकि लगातार पिछले काफी अरसे से राम रहीम की तरफ से मांग की जा रही थी कि वो सिरसा डेरे में जाना चाहते हैं। हालांकि एक विकल्प ये भी दिया गया था कि राजस्थान में उनका जो डेरा है वहां पर वो जाएंगे, लेकिन हरियाणा सरकार ने शायद उनकी इस अपील को नामंजूर कर दिया था और अब गुरमीत राम रहीम एक बार फिर से उसी बागपत के डेरे में जा रहे हैं जहां पर पहली बार उन्होंने पैरोल काटी थी। ਤੇ ਜੇਲ੍ਹ ਤੋਂ ਬਾਹਰ ਨਿਕਲ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਪਹੁੰਚਾ। ਰਾਮ ਰਹੀਮ ਦੀ ਰਿਹਾਈ ਨੂੰ ਪਹਿਲਾਂ ਤੋਂ ਹੀ ਆਦਮਪੁਰ ਜ਼ਿਮਨੀ ਚੋਣ ਤੇ ਹਰਿਆਣਾ ਪੰਚਾਇਤੀ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ, ਜਿਸ ਤੇ ਪੱਕੀ ਮੋਹਰ ਉਸ ਵੇਲੇ ਲੱਗੀ ਜਦੋਂ ਆਸ਼ਰਮ ਪਹੁੰਚਦਿਆਂ ਹੀ ਰਾਮ ਰਹੀਮ ਨੇ ਇੱਕ ਵੀਡੀਓ ਜਾਰੀ ਕਰ ਦਿੱਤਾ, ਜਿਸ ਵਿੱਚ ਉਸਨੇ ਗੁਪਤ ਤਰੀਕੇ ਨਾਲ ਆਪਣੇ ਭਗਤਾਂ ਨੂੰ ਚੋਣਾਂ ਸੰਬੰਧੀ ਸੁਨੇਹਾ ਵੀ ਦੇ ਦਿੱਤਾ। मालिक सबको खुशियाँ दे, दया में रहमत से नवाजे। और आपने पहले की तरह जैसे आपको बोला था कि आप मानते रहना अपने अपने घरों में, जैसे भी आपको बताएंगे जिम्मेवार लोग उसके अकॉर्डिंग करना है, मन मर्जी नहीं करनी, भगदड़ नहीं करनी। सो ये आप ज़रूर मानिएगा हमारी बात, हमेशा मानते हैं। हमें गर्व है आप लोगों पे, हमारे बच्चों पे बहुत गर्व है। सो परमपिता परमात्मा और बहुत ज़्यादा खुशियाँ दे आपको। सो आपके दर्शनों के लिए यहाँ पे आ गए हैं, तो दर्शन चलते रहेंगे, बातें होती रहेंगी, सारी बातें करेंगे आपसे, लेकिन आपने माननी है बात। हमें पता है, कहने की ज़रूरत नहीं इतनी बार, कि जिम्मेवार आपको जैसे कहेंगे उसके अकॉर्डिंग आप लोगों ने चलना है, उसके अकॉर्डिंग बात करनी है। ਜਿਵੇਂ ਕਿ ਤੁਸੀਂ ਪਹਿਲਾਂ ਵੀ ਸੁਣਿਆ ਕਿ ਰਾਮ ਰਹੀਮ ਨੂੰ 8 ਮਹੀਨੇ ਜਾਂ 1 ਸਾਲ ਦੇ ਵਕਫੇ ਅੰਦਰ ਤੀਜੀ ਵਾਰ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਤੇ ਸਕਰੀਨ ਤੇ ਗ੍ਰਾਫਿਕ ਦੱਸ ਰਹੇ ਨੇ ਕਿ ਸਭ ਤੋਂ ਪਹਿਲਾਂ ਰਾਮ ਰਹੀਮ ਨੂੰ ਇਸ ਸਾਲ 7 ਫਰਵਰੀ ਨੂੰ ਅਦਾਲਤ ਨੇ 21 ਦਿਨਾਂ ਦੀ ਫਰਲੋ ਦਿੱਤੀ ਸੀ। ਜੀ ਹਾਂ, ਤੁਸੀਂ ਸਹੀ ਸੋਚਿਆ, ਫਰਵਰੀ ਯਾਨੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਾ ਮਹੀਨਾ। ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਹੁਣ ਇਸ ਦਾ ਅਸਰ ਹੋਇਆ ਜਾਂ ਨਹੀਂ ਇਹ ਭੇਤ ਹੈ, ਪਰ ਸਿਆਸੀ ਮਾਹਿਰ ਮੰਨਦੇ ਨੇ ਕਿ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਮੁਖੀ ਦਾ ਬਾਹਰ ਆਣਾ ਕਿਤੇ ਨਾ ਕਿਤੇ ਵੱਡੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦਾ ਸੀ। 21 ਦਿਨਾਂ ਮਗਰੋਂ ਰਾਮ ਰਹੀਮ ਅੰਦਰ ਤਾਂ ਗਿਆ, ਪਰ ਜੂਨ 17 ਨੂੰ ਮੁੜ ਤੋਂ ਪੈਰੋਲ ਤੇ ਬਾਹਰ ਆ ਗਿਆ ਤੇ ਬਾਹਰ ਆਉਂਦਿਆਂ ਹੀ ਯੂਪੀ ਦੇ ਬਾਗਪਤ ਆਸ਼ਰਮ ਚੱਲ ਗਿਆ। ਤੇ ਹੁਣ 15 ਅਕਤੂਬਰ 2022 ਨੂੰ ਡੇਰਾ ਮੁਖੀ ਨੂੰ ਮੁੜ 40 ਦਿਨਾਂ ਦੇ ਲਈ ਪੈਰੋਲ ਦਿੱਤੀ ਗਈ ਹੈ। ਤਾਂ ਰਿਹਾਈ ਹੋਈ ਤੇ ਰਾਮ ਰਹੀਮ ਨੇ ਮੁੜ ਆਪਣੇ ਸ਼ਰਧਾਲੂਆਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਪਰ ਵਿਰੋਧੀਆਂ ਦੀ ਬੇਚੈਨੀ ਵੱਧਦੀ ਗਈ ਤੇ ਡੇਰਾ ਮੁਖੀ ਦੀ ਆਜ਼ਾਦੀ ਤੇ ਸ਼੍ਰੋਮਣੀ ਕਮੇਟੀ ਤੱਕ ਨੇ ਸਵਾਲ ਖੜੇ ਕੀਤੇ। ब्यूरो रिपोर्ट, न्यूज़ 18 पंजाब।
ਰਾਮ ਰਹੀਮ ਦੀ ਪੈਰੋਲ ਨਾਲ ਚੋਣਾਂ ਨੂੰ ਜੋੜਿਆ ਗਿਆ ਤੇ ਸਿਆਸੀ ਇਲਜ਼ਾਮ ਤਰਾਸ਼ੀਆਂ ਹੋਣ ਲੱਗੀਆਂ, ਪਰ ਇਸ ਵਿਚਾਲੇ ਕੁਝ ਅਜਿਹੇ ਲੋਕ ਸੀ ਜਿਨ੍ਹਾਂ ਨੇ ਪੈਰੋਲ ਨੂੰ ਕੌਂਸਪੀਰੇਸੀ ਦੱਸਿਆ। ਉੱਥੇ ਹੀ ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਕੇਂਦਰ ਤੇ ਹਮਲਾ ਬੋਲ ਦਿੱਤਾ। पच्ची अगस्त 2017 ਦਾ ਦਿਨ ਜਦੋਂ ਰਾਮ ਰਹੀਮ ਦੇ ਕਰੀਬ 5 ਲੱਖ ਸ਼ਰਧਾਲੂਆਂ ਨੇ ਪੰਚਕੂਲਾ ਨੂੰ ਸਿਰਸਾ ਬਣਾ ਦਿੱਤਾ ਸੀ। ਰਾਮ ਰਹੀਮ ਦੀ ਪੰਚਕੂਲਾ ਅਦਾਲਤ 'ਚ ਪੇਸ਼ੀ ਸੀ ਅਤੇ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਦਾ ਦੋਸ਼ੀ ਕਰਾਰ ਦਿੱਤਾ। ਇੱਧਰ ਰਾਮ ਰਹੀਮ ਖਿਲਾਫ ਜੱਜ ਜਗਦੀਪ ਸਿੰਘ ਨੇ ਫੈਸਲਾ ਸੁਣਾਇਆ ਤਾਂ ਉਧਰ ਰਾਮ ਰਹੀਮ ਦੇ ਸਮਰਥਕ ਭੜਕ ਉੱਠੇ। पंचकूला च हिंसा हो गई, गड्डियां जलाउण तो लैके तोड़-फोड़ तक सब कुछ होया ते भड़कण वाले अते तोड़-फोड़ करन वाले उही समर्थक खुशियां मनाउंदे नजर आए जदों करीब 5 साल बाद राम रहीम नूं 14 अक्तूबर 2022 नूं पैरोल दित्ती गई। राम रहीम दे डेरा सिरसा च उस दे समर्थकां ने खूब खुशियां मनाईयां। राम रहीम दे बाहर आउण तो बाद डेरा सिरसा च उन्हां दे समर्थकां ने भंगड़े पाए, पटाके चलाए अते खुशियां मनाईयां, पर इस रिहाई तो हर कोई खुश नहीं सी। कईयां नूं रिहाई साजिश लगी। राम रहीम हत्थों पीड़ित मरहूम पत्रकार रणजीत छत्रपति दे पुत्र अंशुल छत्रपति ने रिहाई ते सवाल खड़े कीते। पार्टी कोई भी हो, कोई किसी भी राजनीतिक पार्टी की सरकार हो, सत्ता में हो, सेंटर में हो, सभी का ही इसी तरीके का व्यवहार रहा है। पंजाब हरियाणा की स्टेट गवर्नमेंट्स का और सेंट्रल गवर्नमेंट्स का हमेशा यही व्यवहार रहा है कि राज सत्ता के लिए वो वोट तंत्र के लिए हमेशा डेरा सच्चा सौदा का प्रयोग करती रही हैं और यही अब भी हो रहा है। चाहे वो एक बलात्कारी साबित हो चुका है, हत्यारा साबित हो चुका है, लेकिन उसके बावजूद राजनीतिक पार्टियां और राज सत्ता जो है वो अपनी वोट का लालच जो है वो त्याग नहीं पा रही हैं। अंशुल छत्रपति ने पैरोल नूं साजिश कहा तां श्रोमणी कमेटी ने सरकार दी मंशा ते सवाल खड़े कीते। श्रोमणी कमेटी ने पैरोल नूं जेलां 'च बंद अते सजावां पूरीਆਂ कर चुके बंदी ਸਿੰਘਾਂ ਦੀ ਰਿਹਾਈ ਨਾਲ ਜੋੜਿਆ ਅਤੇ ਸਵਾਲ ਕੀਤਾ ਕਿ ਇੱਕ ਨੂੰ 6 ਮਹੀਨੇ 'ਚ 3-3 ਵਾਰ ਪੈਰੋਲ ਅਤੇ ਦੂਜਿਆਂ ਨੂੰ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਮੁੜ ਸਜ਼ਾਵਾਂ ਕਿਉਂ। ਇੱਕ ਬੰਦਾ ਮਾਰਚ ਤੋਂ ਲੈ ਕੇ ਅਕਤੂਬਰ ਤੱਕ 3 ਵਾਰੀ ਪੈਰੋਲ ਤੇ ਆ ਗਿਆ। ਇਹ ਕਿੱਦਾਂ ਦਾ ਕਾਨੂੰਨ ਆ ਵੀ ਜੇ ਅਸੀਂ 30 ਸਾਲ ਦੇ ਲਈ ਕਹਿੰਦੇ ਪੈਰੋਲ ਤੇ ਇਨਕਾਰ ਆ, ਪ੍ਰੋਫੈਸਰ ਸੁਰਿੰਦਰਪਾਲ ਸਿੰਘ ਭੁੱਲਰ ਲਈ ਇਨਕਾਰ ਆ, ਤੇ ਉਹ ਕਿਹੜਾ ਸ਼ੀਸ਼ੇ 'ਚ ਵੜਿਆ ਜਿਹਨੇ ਸਭ ਤੋਂ ਘਿਨਾਉਣੇ ਸਮਾਜ ਦੇ ਵਿੱਚ ਮਰਡਰ ਹੁਣ ਉਹ ਜਿਹੜੇ ਅੱਜ ਉਹ ਰਿਹਾ ਹੋ ਰਹੇ ਨੇ। ਇਲਜ਼ਾਮ ਸਿੱਧੇ ਭਾਜਪਾ ਤੇ ਲਾਏ ਗਏ ਅਤੇ ਰਾਮ ਰਹੀਮ ਦੀ ਪੈਰੋਲ ਨੂੰ ਸਿਆਸੀ ਲਾਭ ਤੱਕ ਕਹਿ ਦਿੱਤਾ ਗਿਆ ਤੇ ਲਿੰਕ ਜੁੜਿਆ ਹਿਮਾਚਲ ਅਤੇ ਹਰਿਆਣਾ ਦੀਆਂ ਚੋਣਾਂ ਦੇ ਨਾਲ। ਭਾਜਪਾ ਬਹੁਤ ਕੁਝ ਆਪਣੇ ਸਿਆਸੀ ਲਾਭਾਂ ਲਈ ਇਸ ਦੇਸ਼ ਦੇ ਜਿਹੜੇ ਇੰਸਟੀਚਿਊਟ ਨੇ ਉਹਨਾਂ ਦੀ ਬਾਹ ਮਰੋੜ ਰਹੀ ਆ। ਉਹ ਉਹਨਾਂ ਦੇ ਰਾਹੀਂ ਉਹ ਲੋਕ ਵਿਰੋਧੀ ਫੈਸਲੇ ਕਰਾ ਰਹੀ ਆ। ਸੋ ਉਹ ਬਾਹਰ ਆਇਆ, ਉਹ ਤਾਂ ਕੋਰਟ ਦਾ ਮੈਟਰ ਹੈਗਾ, ਪਰ ਭਾਜਪਾ ਹਮੇਸ਼ਾ ਇਹੋ ਜਿਹੀਆਂ ਗੱਲਾਂ ਨੂੰ ਵਰਤਦੀ ਆ। ਇਹ ਕਿੰਨਾ ਸਾਡੇ ਤੇ ਨੂਣ ਛਿੜਕੋਗੇ, ਕਿੰਨਾ ਤੁਸੀਂ ਸਾਡੇ ਤੇ ਸਾਨੂੰ ਤੜਫਾਓਗੇ ਇਸ ਗੱਲ 'ਚ। ਉਦਣ ਹੀ ਉਸ ਜਿਹੜਾ ਸਭ ਤੋਂ ਵੱਡਾ ਜਿਹਦਾ ਰੋਲ ਸੀ ਬਾਬੇ ਦਾ, ਬਾਬਾ ਤਾਂ ਕਹਿਣਾ ਨਹੀਂ ਚਾਹੀਦਾ, ਬੁੱਚੜ ਦੀ ਗੱਲ ਕਰੋ। ਉਧਰ ਹਿਮਾਚਲ ਦੀ ਇਲੈਕਸ਼ਨ ਡਿਕਲੇਅਰ ਹੋ ਰਹੀ ਹੈ, ਉਧਰ ਹਰਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ, ਉਧਰ ਤੁਸੀਂ ਬਾਬੇ ਨੂੰ ਪੈਰੋਲ ਦੇ ਰਹੇ ਹੋ। ਉਂਗਲ ਉੱਠੀ ਤਾਂ ਭਾਜਪਾ ਨੇ ਪੈਰੋਲ ਲਈ ਅਦਾਲਤ ਨੂੰ ਜ਼ਿੰਮੇਵਾਰ ਦੱਸਿਆ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੈਰੋਲ ਤੇ ਉੱਠੇ ਸਵਾਲਾਂ ਨੂੰ ਲੋਕਤੰਤਰ ਦਾ ਅਪਮਾਨ ਤੱਕ ਕਹਿ ਦਿੱਤਾ। ਇਹ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦਾ ਅਪਮਾਨ ਹੈ। ਪੈਰੋਲ ਕਾਨੂੰਨ ਸੰਮਤ ਹੈ, ਕਾਨੂੰਨ ਦੇ ਮੁਤਾਬਕ ਮਿਲੀ ਹੈ, ਉਹਨਾਂ ਦਾ ਅਧਿਕਾਰ ਹੈ ਤੇ ਇਹਦੇ 'ਚ ਅਦਾਲਤਾਂ ਦਾ ਕੰਮ ਆ ਤੇ ਸਾਨੂੰ ਉਹਦੇ 'ਚ ਕੋਈ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਲੋਕਾਂ ਲਈ ਇਨਸਾਫ ਮੰਗਣਾ ਚਾਹੀਦਾ ਔਰ ਅਸੀਂ ਸਿੱਖ ਧਰਮ ਨੂੰ, ਸਿੱਖ ਪੰਥ ਨੂੰ ਕਿਸ ਦਿਸ਼ਾ ਨੂੰ ਲਿਜਾ ਰਹੇ ਹਾਂ ਉਹਦੇ ਤੇ ਸਾਡੇ ਮਾਨਯੋਗ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ।
ਸਵਾਲ ਉੱਠ ਰਹੇ ਨੇ, ਸਿਆਸਤ ਹੋ ਰਹੀ ਹੈ। ਰਾਮ ਰਹੀਮ ਦੀਆਂ ਸਤਸੰਗਾਂ ਵੀ ਚਾਲੂ ਨੇ ਤੇ ਪੈਰੋਲ ਦਾ ਰੌਲਾ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਸਭ ਵਿਚਾਲੇ ਰਾਮ ਰਹੀਮ ਦੀਆਂ ਕਾਰਵਾਈਆਂ ਵੀ ਲਗਾਤਾਰ ਚੱਲ ਰਹੀਆਂ ਨੇ ਤੇ ਪੈਰੋਲ ਖਤਮ ਹੋਣ ਦੇ ਦਿਨ ਹੌਲੀ-ਹੌਲੀ ਨੇੜੇ ਆਉਂਦੇ ਜਾ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਰਾਮ ਰਹੀਮ ਦੀ ਪੈਰੋਲ ਦੇ ਕਰੀਬ 15 ਦਿਨ ਬੀਤ ਚੁੱਕੇ ਨੇ, ਪਰ ਵਿਰੋਧੀ ਧਿਰਾਂ ਲਗਾਤਾਰ ਪੈਰੋਲ ਰੱਦ ਕਰਨ ਦੀ ਮੰਗ ਕਰ ਰਹੀਆਂ ਨੇ। ਦਿੱਲੀ ਵਿਮਨ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਤਾਂ ਹਾਈ ਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਘੱਲ ਦਿੱਤਾ। ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਕਈਆਂ ਨੂੰ ਖਟਕ ਰਹੀ ਹੈ। ਸ਼੍ਰੋਮਣੀ ਕਮੇਟੀ ਤੋਂ ਲੈ ਕੇ ਜਥੇਦਾਰ ਤੱਕ ਅਤੇ ਸਿਆਸੀ ਧਿਰਾਂ ਤੋਂ ਲੈ ਕੇ ਸਮਾਜਿਕ ਹਸਤੀਆਂ ਤੱਕ ਹਰ ਕੋਈ ਇੱਕੋ ਸਵਾਲ ਪੁੱਛ ਰਿਹਾ ਹੈ ਕਿ ਬਲਾਤਕਾਰ ਦੇ ਦੋਸ਼ੀ ਨੂੰ ਹਰ ਦੂਜੇ ਤੀਜੇ ਮਹੀਨੇ ਬਾਹਰ ਕੱਢਣ ਦਾ ਆਖਿਰ ਕੀ ਮਕਸਦ। ਪਰ ਇਹਨਾਂ ਸਭ ਸਵਾਲਾਂ ਵਿਚਾਲੇ ਰਾਮ ਰਹੀਮ ਨੇ ਜਿਵੇਂ ਕਿਵੇਂ 15 ਦਿਨ ਪੂਰੇ ਕਰ ਲਏ ਨੇ ਅਤੇ ਸ਼ਾਇਦ ਬਾਕੀ ਦੇ ਬਚੇ 20-25 ਦਿਨ ਵੀ ਪੂਰੇ ਕਰ ਲਏਗਾ। ਪਰ ਰਾਮ ਰਹੀਮ ਦੇ ਵਿਰੋਧੀ ਸਰਕਾਰਾਂ ਨੂੰ ਨੋਟਿਸ ਭੇਜ ਰਹੇ ਨੇ, ਚਿੱਠੀਆਂ ਲਿਖ ਰਹੇ ਨੇ ਤੇ ਇੱਕੋ ਮੰਗ ਕਰ ਰਹੇ ਨੇ ਕਿ ਰਾਮ ਰਹੀਮ ਨੂੰ ਮੁੜ ਜੇਲ੍ਹ ਦੀਆਂ ਕੰਧਾਂ ਵਿੱਚ ਡੱਕਿਆ ਜਾਵੇ। ਤੇ ਇਹ ਸਭ 'ਚ ਪਹਿਲਾ ਨਾਮ ਆਉਂਦਾ ਹੈ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਵਾਤੀ ਮਾਲੀਵਾਲ ਦਾ। जिस देश में हर दिन कई बलात्कार होते हैं, 8 महीने की बच्ची तक के साथ रेप होता है, 90 साल की महिला तक के साथ रेप होता है, उस देश के नेता इतने गिरे हुए हैं कि एक रेपिस्ट और मर्डरर को जब इलेक्शन होने वाला होता है पैरोल दे देते हैं और उसके बाद उसके सामने नतमस्तक हो जाते हैं। कितनी शर्म की बात है। मेरी अपील है कि इस तरीके के नेताओं के ऊपर सख्त से सख्त कार्यवाही होनी चाहिए। उधर पंजाब हरियाणा हाईकोर्ट के वकील एचसी अरोड़ा ने भी हरियाणा सरकार ਨੂੰ ਨੋਟਿਸ ਭੇਜਿਆ ਅਤੇ ਤੁਰੰਤ ਪੈਰੋਲ ਰੱਦ ਕਰਨ ਦੀ ਮੰਗ ਕਰ ਦਿੱਤੀ। ਐਚਸੀ ਅਰੋੜਾ ਨੇ ਰਾਮ ਰਹੀਮ ਦਾ ਨਵਾਂ ਗੀਤ YouTube ਤੋਂ ਹਟਾਉਣ ਦੀ ਮੰਗ ਵੀ ਰੱਖੀ ਹੈ ਅਤੇ ਤਰਕ ਦਿੱਤਾ ਹੈ ਕਿ ਅਜਿਹੇ ਅਪਰਾਧੀਆਂ ਨੂੰ ਇਸ ਸਭ ਦੀ ਇਜਾਜ਼ਤ ਨਾ ਦਿੱਤੀ ਜਾਵੇ। ਪੈਰੋਲ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਬਾਬਾ ਰਾਮ ਰਹੀਮ ਵੱਲੋਂ, ਮੈਂ ਉਸ ਦੇ ਵਿਰੁੱਧ ਆਪਣਾ ਪ੍ਰੋਟੈਸਟ ਕੀਤਾ ਪੰਜਾਬ ਹਰਿਆਣਾ ਸਰਕਾਰ ਨੂੰ। ਤੇ ਹਰਿਆਣਾ ਸਰਕਾਰ ਨੇ ਉਹਨੂੰ ਪਰਮਿਟ ਕੀਤਾ ਹੋਇਆ ਕਿ ਉਹ ਆਨਲਾਈਨ ਦੇ ਉੱਪਰ ਭਾਸ਼ਣ ਦੇ ਰਿਹਾ ਹੈ, ਆਪਣੇ ਪ੍ਰਵਚਨ ਦੇ ਰਿਹਾ ਹੈ, ਲੋਕੀ ਇਕੱਠੇ ਹੋ ਰਹੇ ਨੇ। ਬੀਜੇਪੀ ਦੇ ਆਪਣੇ ਲੀਡਰ, ਕਾਂਗਰਸ ਦੇ ਲੀਡਰ ਸਾਰੇ ਉੱਥੇ ਆਸ਼ੀਰਵਾਦ ਲੈਣ ਜਾਂਦੇ ਨੇ। ਅਦਾਲਤੀ ਸਿਸਟਮ ਦਾ ਜਿਹੜਾ ਹੈ ਉਸਦਾ ਪੂਰਾ ਮਜ਼ਾਕ ਉਡਾ ਦਿੱਤਾ ਗਿਆ, ਜਿਸ ਨੂੰ ਅਦਾਲਤਾਂ ਨੇ ਮੁਕੱਦਮੇ ਚਲਾ ਕੇ और पूरा टाइम अपना लगा के एनर्जी लगा के दोषी डिक्लेयर किया और सजा दी रेप के केस में और मर्डर के केस में उन्होंने प्रवचन करने की इजाजत दी जाए, वो भी पैरोल के दौरान। तो इस तो वड्डी पैरोल की मिसयूज मेरे हिसाब नाल हो नहीं सकती, पर सरकार ने तुरंत पैरोल जी है कैंसल करनी चाहिए। और यूट्यूब के उपर भी जो इन्हें पाया है कि मेरी नित की दिवाली जो वीडियो पाया वो भी रिमूव होना चाहिए, और बाकी भी जिन्हें भी वीडियो YouTube ਤੇ ਉਹ ਸਾਰੇ ਰਿਮੂਵ ਹੋਣੇ ਚਾਹੀਦੇ ਨੇ। ਹਾਲਾਂਕਿ ਸਵਾਤੀ ਮਾਲੀਵਾਲ ਸਣੇ ਹਾਈ ਕੋਰਟ ਦੇ ਸੀਨੀਅਰ ਵਕੀਲ ਵੱਲੋਂ ਪੈਰੋਲ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਅਤੇ ਹਰਿਆਣਾ ਸਰਕਾਰ ਤੇ ਨਿਸ਼ਾਨੇ ਸਾਧੇ ਗਏ, ਪਰ ਹਰਿਆਣਾ ਸਰਕਾਰ ਮਾਮਲੇ ਤੇ ਚੁੱਪੀ ਵੱਟੀ ਬੈਠੀ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਮਨੋਹਰ ਲਾਲ ਮੀਡੀਆ ਦੇ ਸਵਾਲਾਂ ਤੱਕ ਨੂੰ ਟਾਲ ਜਾਂਦੇ ਨੇ। अभी हालांकि हाल में ही बीजेपी लीडर बाबा राम रहीम के सत्संग हो गया विषय, मैंने बता दिया ना, मेरा कोई लेना देना नहीं इस विषय से। खैर ਮੰਗ ਕੀਤੀ ਜਾ ਰਹੀ ਹੈ, ਪਰ ਕੀ ਫੈਸਲਾ ਬਦਲੇਗਾ? ਕਿ ਰਾਮ ਰਹੀਮ ਸਮੇਂ ਤੋਂ ਪਹਿਲਾਂ ਮੁੜ ਜੇਲ੍ਹ 'ਚ ਬੰਦ ਹੋਵੇਗਾ? ਇਹਨਾਂ ਸਵਾਲਾਂ ਦੇ ਜਵਾਬ ਭਵਿੱਖ ਦੇ ਗਰਭ 'ਚ ਲੁਕੇ ਨੇ। ਪਰ ਜਿਵੇਂ ਪਹਿਲਾਂ ਕਿਹਾ, ਰਾਮ ਰਹੀਮ ਦੀਆਂ ਕਾਰਵਾਈਆਂ ਜਾਰੀ ਨੇ ਅਤੇ ਡੇਰਾ ਮੁਖੀ ਨੇ ਸ਼ਰੇਆਮ ਐਲਾਨ ਕਰ ਦਿੱਤਾ ਹੈ ਕਿ ਉਹ ਗੁਰੂ ਸੀ, ਗੁਰੂ ਹੈ ਅਤੇ ਗੁਰੂ ਰਹੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਪੈਰੋਲ ਤੇ ਬਾਹਰ ਆਇਆ ਰਾਮ ਰਹੀਮ ਪੂਰੇ ਅੰਦਾਜ਼ 'ਚ ਨਜ਼ਰ ਆਉਣ ਲੱਗਿਆ। ਮੁੜ ਸਟੇਜਾਂ ਲੱਗ ਰਹੀਆਂ ਨੇ, ਪੈਰੋਕਾਰਾਂ ਨੂੰ ਹੁਕਮ, ਬਚਨ ਤੇ ਐਲਾਨ ਸੁਣਾਏ ਜਾ ਰਹੇ ਨੇ। ਐਲਾਨ ਨਵਾਂ ਡੇਰਾ ਖੋਲ੍ਹਣ ਦਾ ਤੇ ਆਪਣੀ ਸਭ ਤੋਂ ਪਿਆਰੀ ਬੇਟੀ ਦੇ ਨਵੇਂ ਨਾਮਕਰਨ ਦਾ। सारे कहते थे गुरुजी दीदी दीदी कहते, पता नहीं चलता कि सारे ही दीदियां हैं, तो उसका नाम रूदी दे दिया हमने, रूदी। ਪ੍ਰਿਯੰਕਾ ਤਨੇਜਾ ਜੋ 1996 ਚ ਡੇਰੇ ਦੇ ਸਕੂਲ ਚ ਦਾਖਲਾ ਲੈਣ ਆਈ, ਦਾਖਲਾ ਮਿਲਿਆ ਅਤੇ ਫਿਰ ਗੁਰਮੀਤ ਰਾਮ ਰਹੀਮ ਦਾ ਆਸ਼ੀਰਵਾਦ, ਜਿਸ ਤੋਂ ਬਾਅਦ ਪ੍ਰਿਯੰਕਾ ਜੀ ਬਣ ਗਏ ਹਨੀਪ੍ਰੀਤ। ਜੀ ਹਾਂ, ਹਨੀਪ੍ਰੀਤ ਬਾਬਾ ਕੀ ਬੇਟੀ। ਪਰ ਹੁਣ ਇਹ ਨਾਮ ਵੀ ਬਦਲ ਗਿਆ ਤੇ ਪ੍ਰਿਯੰਕਾ ਤਨੇਜਾ ਉਰਫ हनीप्रीत बन गई है रूहानी दीदी। पता है कि उसका नाम हनीप्रीत है, बिटिया का, हमारी का, धर्म की बेटी है, हमारा मुख्य शिष्य है। हमने बोल दिया और उनका एक हमने छोटा सा नाम दे दिया, क्योंकि सारे कहते थे गुरुजी दीदी दीदी कहते, पता नहीं चलता कि सारे ही दीदियां हैं, तो उसका नाम रूदी दे दिया हमने, रूदी, रूहानी दीदी। हनीप्रीत ਨੂੰ रूहानी दीदी ਦਾ ਨਾਮ ਹੀ ਨਹੀਂ ਮਿਲਿਆ, ਸਗੋਂ ਇਸ ਦਾ ਨਿਕਨੇਮ ਵੀ ਦਿੱਤਾ ਗਿਆ, रूदी। ਇਸ ਨਾਮਕਰਨ ਦੇ ਪਿੱਛੇ ਰਾਮ ਰਹੀਮ ਨੇ ਤਰਕ ਦਿੱਤਾ ਹੈ, ਕਿਉਂਕਿ ਰਾਮ ਰਹੀਮ ਦਾ ਮੰਨਣਾ ਹੈ ਕਿ ਉਸ ਦੇ ਡੇਰੇ 'ਚ ਸਾਰੀਆਂ ਦੀਦੀਆਂ ਨੇ ਤੇ ਰਾਮ ਰਹੀਮ ਦੀ ਹਨੀਪ੍ਰੀਤ ਪਸੰਦੀਦਾ ਹੈ ਤੇ ਇਸ ਦਾ ਨਾਮ ਵੀ ਅਲੱਗ ਹੋਣਾ ਚਾਹੀਦਾ ਹੈ। सारे कहते थे गुरुजी दीदी दीदी कहते, पता नहीं चलता कि सारे ही दीदियां हैं, तो उसका नाम रूदी दे दिया हमने, रूदी, रूहानी दीदी। ਸਾਧਵੀ ਜੌਨ ਸ਼ੋਸ਼ਣ, ਛਤਰਪਤੀ ਅਤੇ ਰਣਜੀਤ ਕਤਲकांड ਦਾ ਦੋਸ਼ੀ ਰਾਮ ਰਹੀਮ ਬਾਗਪਤ ਦੇ ਆਸ਼ਰਮ 'ਚ ਪੈਰੋਲ 'ਚ ਦਿਨ ਕੱਟ ਰਿਹਾ ਹੈ। ਰਾਮ ਰਹੀਮ ਨੇ ਪਹਿਲਾਂ ਰਿਕਾਰਡਿੰਗ ਵੀਡੀਓ ਰਾਹੀਂ ਆਪਣੇ ਸ਼ਰਧਾਲੂਆਂ ਪ੍ਰੇਮੀਆਂ ਨੂੰ ਆਪਣਾ ਸੰਦੇਸ਼ ਪਹੁੰਚਾਉਣਾ ਸ਼ੁਰੂ ਕੀਤਾ, ਪਰ ਹੁਣ ਡੇਰਾ ਮੁਖੀ ਰਾਮ ਰਹੀਮ ਨੇ ਸਟੇਜ ਤੋਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਮ ਰਹੀਮ ਹੌਲੀ-ਹੌਲੀ ਆਪਣੇ ਪੁਰਾਣੇ ਸ਼ਾਹੀ ਅੰਦਾਜ਼ 'ਚ ਵਾਪਸ ਪਰਤ ਰਿਹਾ ਹੈ ਤੇ ਪੰਜਾਬ 'ਚ ਨਵਾਂ ਡੇਰਾ ਖੋਲ੍ਹਣ ਦਾ ਐਲਾਨ ਤੱਕ ਕਰ ਦਿੱਤਾ ਹੈ। ਇਹ ਡੇਰਾ ਪੰਜਾਬ ਦੇ ਸੁਨਾਮ 'ਚ ਬਣਾਇਆ ਜਾਵੇਗਾ। ਸੰਗਰੂਰ ਜ਼ਿਲ੍ਹੇ ਨੇ ਪੂਰੀ ਬੱਲੇ ਬੱਲੇ ਕਰਵਾਤੀ, ਜਾਮ ਲਾਗੇ ਸੈਂਸਾ ਜੀ, ਜਾਮ बुआ जी, ਸੈਂਸਾ ਜੀ ਜਿਹੜਾ ਸੁਨਾਮ ਬੁਲਾ ਕੇ ਸੁਨਾਮ ਨਾਮ ਚਰਚਾ ਕਰੇਗਾ, ਸੈਂਸਾ ਜੀ ਡੇਰਾ ਬਖਸ਼ ਦੋ, ਸੈਂਸਾ ਜੀ ਡੇਰਾ किथे बनाना चाहते तुसी? ਸੁਨਾਮ ਨਾਮ ਚਰਚਾ ਕਰ, ਸੈਂਸਾ ਜੀ ਸੁਨਾਮ ਨਾਮ ਚਰਚਾ ਕਰ। ਇੱਕ ਪਾਸੇ ਰਾਮ ਰਹੀਮ ਨੇ ਆਪਣੀ ਪਸੰਦੀਦਾ ਬੇਟੀ ਦਾ ਨਾਮਕਰਨ ਕੀਤਾ, ਡੇਰਾ ਖੋਲ੍ਹਣ ਦਾ ਐਲਾਨ ਕੀਤਾ, ਤਾਂ ਦੂਜੇ ਪਾਸੇ ਆਪਣੇ ਆਪ ਨੂੰ ਡੇਰੇ ਦਾ ਗੁਰੂ ਐਲਾਨ ਦਿੱਤਾ ਹੈ। ਰਾਮ ਰਹੀਮ ਨੇ ਸਟੇਜ ਤੋਂ ਉਹਨਾਂ ਸਭ ਅਫਵਾਹਾਂ ਦਾ ਖੰਡਨ ਕੀਤਾ ਹੈ ਜਿਸ 'ਚ ਹਨੀਪ੍ਰੀਤ ਜਾਂ ਫਿਰ ਕਿਸੇ ਹੋਰ ਨੂੰ ਡੇਰੇ ਦੀ ਗੱਦੀ ਮਿਲਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਸੀ। ਰਾਮ ਰਹੀਮ ਦਾ ਇੱਕੋ ਨਾਅਰਾ ਹੈ ਕਿ ਮੈਂ ਗੁਰੂ ਹਾਂ, ਗੁਰੂ ਸੀ ਅਤੇ गुरु रहांगा। ने कितनी चिट्ठियों में लिख दी एक बात आपने सुनी है, पढ़ी है, कि गुरु हम थे, हम हैं और हम ही रहेंगे। 100%, 1000%, 1,00,000%, लाखों बार कहलवा लो, हम थे, हम हैं और हम ही रहेंगे। ਡੇਰੇ ਦੀ ਗੱਦੀ ਤੇ ਖੁਦ ਰਾਮ ਰਹੀਮ ਹੀ ਰਹੇਗਾ, ਜਿਸ ਦਾ ਐਲਾਨ ਕਰਦਿਆਂ ਰਾਮ ਰਹੀਮ ਨੇ ਮੀਡੀਆ ਨੂੰ ਵੀ ਪੜਿਆ ਅਤੇ ਸਾਫ਼ ਸ਼ਬਦਾਂ 'ਚ ਕਿਹਾ ਕਿ ਮੀਡੀਆ ਗਲਤ ਅਫਵਾਹਾਂ ਫੈਲਾ ਰਹੀ ਹੈ। हमें सूत्रों से पता चला, ये सूत्र नहीं मिले आज तक। कहां रहते हैं ये सूत्र नाम का प्राणी? हम ढूंढा, काफी ढूंढा, ये अज्ञात सूत्र होता किधर है? कितना कमाल है ना, सिर्फ लिखना ही अज्ञात सूत्रों से। बुरा ना मनाना भाई, हमारे चौथा स्तंभ तो क्योंकि निकल जाती है, मुंह आए बात रहती नहीं, हमसे पंगा यही है। ਤਾਂ ਸਵਾਲ ਉੱਤਰਾਧਿਕਾਰੀ ਦਾ ਵੀ ਸੀ, ਆਪਣੀ ਹੋਂਦ ਦਾ ਵੀ ਸੀ ਅਤੇ ਪੈਰੋਲ ਖਿਲਾਫ ਉੱਠ ਰਹੇ ਸਵਾਲਾਂ ਦੇ ਜਵਾਬਾਂ ਦਾ ਵੀ ਸੀ। ਹਾਲਾਂਕਿ ਰਾਮ ਰਹੀਮ ਕਿਤੇ ਵੀ ਸਿੱਧੇ ਤੌਰ ਤੇ ਤਾਂ ਨਹੀਂ ਬੋਲਿਆ, ਪਰ ਉਸ ਦੀ ਮੂਵਮੈਂਟ, ਡੇਰੇ ਦੀ ਹਾਜ਼ਰੀ ਅਤੇ ਐਲਾਨ ਦੱਸਦੇ ਨੇ ਕਿ ਰਾਮ ਰਹੀਮ ਦਾ ਦਬਦਬਾ ਹਾਲੇ ਵੀ ਬਰਕਰਾਰ ਹੈ। ਰਾਮ ਰਹੀਮ ਨੇ ਸਟੇਜ ਤੋਂ ਦੱਸ ਦਿੱਤਾ ਕਿ ਹਨੀਪ੍ਰੀਤ ਕੋਈ ਗੁਰੂ ਨਹੀਂ ਅਤੇ ਨਾ ਹੀ ਉੱਤਰਾਧਿਕਾਰੀ, ਸਿਰਫ ਅਤੇ ਸਿਰਫ ਉਹਨਾਂ ਦੀ ਧੀ ਹੈ, ਜਾਂ ਫਿਰ ਕਹਿ ਲਓ ਇੱਕ ਖਾਸ ਸੇਵਕ। ਪਰ ਪੈਰੋਲ ਤੇ ਬਾਹਰ ਆਇਆ ਡੇਰਾ ਮੁਖੀ ਡੇਰੇ ਦੇ ਕੰਮਾਂ ਨੂੰ ਖੁੱਲ੍ਹ ਕੇ ਕਰ ਰਿਹਾ ਹੈ, ਖੁੱਲ੍ਹ ਕੇ ਦਿਲਚਸਪੀ ਲੈ ਰਿਹਾ ਹੈ, ਫਿਰ ਚਾਹੇ ਉਹ ਬਲਾਤਕਾਰ ਦਾ ਦੋਸ਼ੀ ਹੋਵੇ ਜਾਂ ਫਿਰ ਕਤਲਾਂ ਦਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਸਾਡੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।